सत श्री अकाल जी, स्वागत है थोड़ा साडे प्लेटफॉर्म पटियाला क्लासिस ते। सो जिमें कि आपां चल रहा सी अपना पार्लीमेंट। सो हुण असीं अगला टॉपिक पढ़ांगे, नाम आ लोक सभा। देखो असीं ये समझ चुके हैं कि राज सभा प्रतੱਖ तौर पर चुनिया गया सदन नहीं हुंदा, अप्रतੱਖ तौर पर चुनिया जाता है। मतलब सीधे लोग वोटां पा के अपने राज सभा के मैंबरां नूं नहीं चुणदे। राज सभा के मैंबरां की चोण सूबे के MLA वोटां पा के करते हैं। जिमें पंजाब के 117 MLAs ने वोटां पा के 7 बंदे राज सभा च भेजे आ। वो कोई भी हो सकते हैं, पर वो इन्हां 117 चों नहीं होणगे। वो पंजाब की चिंता करने वाले पंजाबी या गैर पंजाबी भी हो सकते हैं। जिमें इस बार रौला पिया सी कि राज सभा के जिहड़े बंदे भेजे आ आम आदमी पार्टी ने, क्योंकि इन्हां दी सत्ते दे सत्ते बंदे तां चुने गए क्योंकि इन्हां दी ज़्यादातर MLA सी तां इन्हां नूं ही वोटां पै गईयां। ठीक है, इन्हां ने अपने हिसाब नाल ही चुनदे। सो कहानी तो एक गल समझ आ गई। हुण गल करते हैं लोक सभा की। लोक सभा नूं हेठला सदन कहा जाता है तो राज सभा जिहड़ा हुंदा है वो उतला सदन हुंदा है। जे दोवां सदनां नूं गल करिए, उतले सदन ते हेठले सदन का कदे मतलब ये नहीं कि उतले सदन की पावर ज़्यादा है जां उहदी ताकत ज़्यादा है, इवें दा भी कुछ नहीं। लोक सभा नूं लोक सभा नाम ही 1955 च मिलिया। तुसीं मैनूं हुण सर्च करके दसोगे कि भारत की पहली लोक सभा किन्नी तरीक नूं बनी, तो मैं तुहानूं दसदा 1952 के अप्रैल के महीने च दोवें बनदियां लोक सभा ते राज सभा। तरीक याद कर लिओ। हुण अगे आ जाओ। इनू पहला सदन भी कहा जाता है तो इनू लोकां दा सदन भी कहा जाता है, क्योंकि इस सीधे लोकां द्वारा चुने हुए नुमाइंदे जाते हैं। ਇਹਦੀ ਜਿਹੜੀ ਵੱਧ ਤੋਂ ਵੱਧ ਸੀਟਾਂ ਹੈ, ठीक है, ਵੱਧ ਤੋਂ ਵੱਧ ਸੰਖਿਆ ਕਿਸੇ ਟਾਈਮ 552 ਹੁੰਦੀ ਸੀ, ਹੁਣ 550 ਨਿਸ਼ਚਿਤ ਕੀਤੀ ਗਈ ਹੈ, ਕਿਉਂਕਿ 2 ਐਂਗਲੋ ਇੰਡੀਅਨ ਬਰਾਦਰੀ ਦੇ ਬੰਦੇ ਵੀ ਇਹਦੇ 'ਚ ਚੁਣੇ ਜਾਂਦੇ ਸੀ ਜਿਹੜੇ ਹੁਣ ਨਹੀਂ ਚੁਣੇ ਜਾਂਦੇ। ਠੀਕ ਹੈ, ਸੋ ਇਹ ਵੀ ਆਪਾਂ ਨੂੰ ਪਤਾ ਲੱਗ ਗਿਆ ਕਿ ਹੁਣ ਉਹਨਾਂ ਨੂੰ ਖਤਮ ਕਰਤਾ ਹੈ। ਵੈਸੇ ਭਾਰਤ 'ਚ ਇਹਦੀ ਗਿਣਤੀ 543 ਆ ਤੇ 543 ਮੈਂਬਰ ਸਾਰੇ ਹੀ ਹੁਣ ਚੁਣੇ ਜਾਂਦੇ ਆ। ਪਹਿਲਾਂ 2 ਬੰਦੇ ਜਿਹੜੇ ਸੀ ਉਹ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਸੀ, ਜਿਵੇਂ ਰਾਜ ਸਭਾ 'ਚ ਕੀਤੇ ਜਾਂਦੇ ਆ। ਪਰ ਇੱਥੇ ਕਿਸੇ ਉਹਦੇ ਸਾਹਿਤ ਜਾਂ ਉਹਦੇ 'ਚੋਂ ਨਹੀਂ, ਇਹਦੇ 'ਚ 2 ਬੰਦੇ ਲੋਕ ਸਭਾ 'ਚ ਨਾਮਜ਼ਦ ਕੀਤੇ ਜਾਂਦੇ ਸੀ ਜਿਹੜੇ ਐਂਗਲੋ ਇੰਡੀਅਨ ਬਰਾਦਰੀ ਦੇ ਸੀ। ਸੋ ਉਹ ਚੀਜ਼ ਤਾਂ ਖਤਮ ਹੀ ਕਰਤੀ। ਹੁਣ 543 ਦੇ 543 ਚੁਣੇ ਜਾਂਦੇ ਆ, ਜਿਹੜੇ ਜਾਂ ਤਾਂ ਸਟੇਟਾਂ 'ਚੋਂ ਯਾਨੀ ਕਿ ਸੂਬਿਆਂ 'ਚੋਂ ਹੋ ਸਕਦੇ ਆ ਤੇ ਜਾਂ ਹੋ ਸਕਦੇ ਆ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ। ਜਿਵੇਂ ਰਾਜ ਸਭਾ ਦੇ ਵਿੱਚ ਤਾਂ ਉਹਨਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਬੰਦੇ ਚੁਣੇ ਹੀ ਨਹੀਂ ਜਾਂਦੇ ਜਿਨ੍ਹਾਂ ਕੋਲ ਵਿਧਾਨ ਸਭਾ ਨਹੀਂ। ਇੱਥੇ ਕੋਈ ਚੱਕਰ ਨਹੀਂ ਗਾ, ਹਰ ਕੇਂਦਰ ਸ਼ਾਸਿਤ ਪ੍ਰਦੇਸ਼ ਕੋਲ ਕੋਈ ਨਾ ਕੋਈ ਸੀਟ ਹੈਗੀ ਆ ਲੋਕ ਸਭਾ ਦੀ। ਜਿਵੇਂ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਇੱਥੇ ਵੀ ਇੱਕ ਲੋਕ ਸਭਾ ਦੀ ਸੀਟ ਆ। ਜੰਮੂ ਕਸ਼ਮੀਰ 'ਚ ਤਾਂ ਹੋਣੀ ਆ, ਦਿੱਲੀ 'ਚ ਵੀ 7 ਸੀਟਾਂ ਹੈਗੀਆਂ, ਲਦਾਖ ਦੀ ਵੀ ਹੈਗੀ ਆ, ਦਮਨ ਦੀਊ ਤੇ ਦਾਦਰਾ ਨਗਰ ਹਵੇਲੀ ਦੀ ਵੀ ਇੱਕ ਸੀਟ ਆ, ਅੰਡੇਮਾਨ ਦੀ ਇੱਕ ਆ, ਪੁਡੂਚੇਰੀ ਦੀ ਸੀਟ ਹੈਗੀ ਆ, ਲਕਸ਼ਦਵੀਪ ਦੀ ਸੀਟ ਹੈਗੀ ਆ। ਸਭ ਦੀਆਂ ਯੂਨੀਅਨ ਟੈਰੀਟਰੀਜ਼ ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵੀ ਆ ਤੇ ਸੂਬਿਆਂ ਦੀਆਂ ਵੀ ਆ, ਸਟੇਟਾਂ ਦੀਆਂ ਵੀ ਆ। ਤੇ ਪੰਜਾਬ ਦੀਆਂ ਲੋਕ ਸਭਾ ਦੇ ਵਿੱਚ 13 ਸੀਟਾਂ ਨੇ, ਹਰਿਆਣੇ ਦੀਆਂ 10 ਸੀਟਾਂ ਨੇ। ਠੀਕ ਆ, ਤੇ यूपी ਦੀਆਂ आई थिंक 81 ਜਾਂ 82 ਸੀਟਾਂ ਨੇ। ਗੂਗਲ ਸਰਚ ਤੁਸੀਂ ਕਰਨੀ ਆ ਕਿ ਸਭ ਤੋਂ ਵੱਧ यूपी ਦੀਆਂ, ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਾਂ। ਤੇ ਸੀਟਾਂ ਤੈਅ ਹੁੰਦੀਆਂ ਕਿਸੇ ਸੂਬੇ ਦੀ ਜਨਸੰਖਿਆ ਦੇ ਆਧਾਰ ਤੇ, ਜਿੱਥੋਂ ਦੀ ਜਨਸੰਖਿਆ ਸਭ ਤੋਂ ਵੱਧ ਉੱਥੋਂ ਦੀਆਂ ਸੀਟਾਂ ਸਭ ਤੋਂ ਵੱਧ। ਲੋਕ ਸਭਾ ਵਾਸਤੇ ਜਿਹੜਾ ਉਹ ਸੀਗਾ ਐਂਗਲੋ ਇੰਡੀਅਨ ਸੰਵਿਧਾਨ ਦੇ ਅਨੁਛੇਦ 331 'ਚ ਕਿਹਾ ਸੀ ਕਿ 543 ਤੋਂ ਬਾਅਦ 2 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਿਆ ਕਰੂਗਾ ਐਂਗਲੋ ਇੰਡੀਅਨ ਬਰਾਦਰੀ ਦੇ, ਉਹਨਾਂ ਦੀ ਜਾਤੀ ਦੇ, ਕਿਉਂਕਿ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨੁਮਾਇੰਦਗੀ ਘੱਟ ਆ। ਪਰ 134 ਸੰਵਿਧਾਨਕ ਸੋਧ ਤੋਂ ਬਾਅਦ 134 ਸੰਵਿਧਾਨਕ ਸੋਧ ਤੋਂ ਬਾਅਦ ਇਹ ਖਤਮ ਕਰ ਦਿੱਤਾ ਗਿਆ। ਹੁਣ ਇਹ ਚੀਜ਼ ਖਤਮ ਹੋ ਚੁੱਕੀ ਹੈ। ਹੁਣ ਲੋਕ ਸਭਾ ਦੇ ਵਿੱਚ ਪ੍ਰੈਜ਼ੈਂਟ ਮਤਲਬ ਹੁਣ ਦੇ ਮੈਂਬਰਾਂ ਦੀ ਗਿਣਤੀ 543 ਆ ਤੇ ਵੱਧ ਤੋਂ ਵੱਧ ਲਿਮਿਟ 550 ਦੀ ਫਿਕਸ ਕੀਤੀ ਗਈ ਆ। ਉਮੀਦ ਕਰਦਾ ਕਿ ਲੋਕ ਸਭਾ ਨਾਲ ਸੰਬੰਧਿਤ ਕਿੰਨੇ ਮੈਂਬਰ ਆ, ਸਭ ਤੋਂ ਵੱਧ ਕਿੱਥੇ ਆ, ਸਭ ਤੋਂ ਘੱਟ ਕਿੱਥੇ ਆ, ਕੀ ਹਿਸਾਬ ਕਿਤਾਬ ਆ, ਉਹ ਸਾਰਾ ਕੁਝ ਕਲੀਅਰ ਹੋ ਗਿਆ ਤੁਹਾਨੂੰ। ਹੁਣ ਲੋਕ ਸਭਾ ਦੇ ਵਿੱਚ ਹੁਣ ਤੁਹਾਨੂੰ ਇਹ ਤਾਂ ਸਮਝ ਆ ਗਈ ਕਿ ਭਾਰਤ ਦੇ ਕੇਂਦਰ ਦੇ ਵਿੱਚ 2 ਸਦਨ ਨੇ। ਇੱਕ ਸਦਨ ਦਾ ਨਾਮ ਲੋਕ ਸਭਾ ਹੈ, ਇੱਕ ਦਾ ਨਾਮ ਰਾਜ ਸਭਾ ਹੈ। ਲੋਕ ਸਭਾ ਦੇ ਵਿੱਚ ਤਾਂ ਪੂਰੇ 543 ਹਲਕਿਆਂ 'ਚੋਂ ਬੰਦੇ ਜਿੱਤ ਕੇ ਜਾਂਦੇ ਆ। ਰਾਜ ਸਭਾ ਦੇ ਵਿੱਚ ਪੰਜਾਬ ਦੇ MLA 117 MLA ਜਿੱਤ 7 ਬੰਦੇ ਭੇਜਦੇ ਆ।
ਹਰਿਆਣੇ ਦੇ 90 MLA ਇੱਥੇ 5 ਬੰਦੇ ਚੁਣ ਕੇ ਭੇਜਦੇ ਆ। ਇੱਥੇ ਆਪਾਂ ਨਹੀਂ ਵੋਟਾਂ ਪਾਉਂਦੇ, ਆਮ ਬੰਦੇ ਜਿਹੜੇ ਆ ਉਹ MLAs ਨੂੰ ਚੁਣਦੇ ਆ, MLAs ਅੱਗੇ ਰਾਜ ਸਭਾ ਦੇ ਮੈਂਬਰਾਂ ਨੂੰ ਚੁਣਦੇ ਆ। ਇਸੇ ਕਰਕੇ ਹੀ ਇਹ ਕਿਹਾ ਜਾਂਦਾ ਹੈ ਕਿ ਰਾਜ ਸਭਾ ਦੇ ਨਾਮ 'ਚ ਰਾਜ ਇਸੇ ਕਰਕੇ ਆਉਂਦਾ ਹੈ ਕਿਉਂਕਿ ਇਹਨਾਂ ਨੂੰ ਚੁਣਨ ਵਾਲੇ ਜਿਹੜੇ ਬੰਦੇ ਆ ਉਹ ਰਾਜ ਦੇ MLAs ਹੁੰਦੇ ਆ। ਇਸ ਕਰਕੇ ਰਾਜ ਸਭਾ ਜਿਹੜੀ ਆ ਉਹ ਸੂਬਾ ਸਰਕਾਰਾਂ ਨੂੰ ਦੀ ਨੁਮਾਇੰਦਗੀ ਕਰਦੀ ਆ। ਕਿਵੇਂ ਭਲਾ? ਤੁਹਾਨੂੰ ਪਤਾ ਹੈ ਕਿ ਜਿਹੜੀ ਪਾਰਟੀ 'ਚ ਜਿਹੜੀ ਸਟੇਟ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਆ, ਜਿਹੜੇ ਰਾਜ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਆ, ਜਿਹੜੀ ਸਟੇਟ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਆ, ਉਹਨਾਂ ਦੇ ਵੱਧ ਬੰਦੇ ਰਾਜ ਸਭਾ 'ਚ ਜਾਣਗੇ ਕਿਉਂਕਿ ਉਹਨਾਂ ਦੇ MLA ਜ਼ਿਆਦਾ ਹੈ। ਇਸੇ ਕਰਕੇ ਰਾਜ ਸਭਾ ਨੂੰ ਰਾਜ ਸਭਾ ਕਿਹਾ ਜਾਂਦਾ ਹੈ। ਲੋਕ ਸਭਾ ਨੂੰ ਲੋਕ ਸਭਾ ਇਸ ਕਰਕੇ ਕਿ ਜਿਹਨੂੰ ਲੋਕ ਵੋਟਾਂ ਪਾਉਣਗੇ ਉਹ ਲੋਕ ਸਭਾ 'ਚ ਜਾਊਗਾ। ਤੇ ਯਾਦ ਰੱਖਿਓ, ਦੇਸ਼ ਦੀ ਸਰਕਾਰ ਲੋਕ ਸਭਾ ਦੀਆਂ ਵੋਟਾਂ ਤੋਂ ਬਾਅਦ ਚੁਣੀ ਜਾਂਦੀ ਹੈ। ਰਾਜ ਸਭਾ ਦੀਆਂ ਤੇ ਵੋਟਾਂ ਹਰ 2 ਸਾਲ ਬਾਅਦ ਪੈ ਕੇ 1/3 ਬੰਦੇ ਬਦਲਦੇ ਜਾਂਦੇ ਆ, ਜਿਹਦੀ ਮੈਂ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਸਟੋਰੀ ਸੁਣਾ ਚੁੱਕਿਆ। ਠੀਕ ਆ, ਹੁਣ ਲੋਕ ਸਭਾ ਦੀਆਂ ਵੋਟਾਂ ਦਾ ਸਭ ਤੋਂ ਪਹਿਲਾ ਪੁਆਇੰਟ, ਲੋਕ ਸਭਾ ਦੀਆਂ ਵੋਟਾਂ ਬਾਲਗ ਵੋਟ ਅਧਿਕਾਰ। ਭਾਰਤ ਦੇ ਸੰਵਿਧਾਨ ਦੇ ਵਿੱਚ 326 ਆਰਟੀਕਲ ਦੇ ਵਿੱਚ ਲਿਖਿਆ ਗਿਆ, ਇਹਨੂੰ ਛੇਦ 326 'ਚ, ਕਿ ਹਰ ਇੱਕ ਉਹ ਬੰਦਾ ਜਿਹੜਾ ਬਾਲਗ ਆ, ਅਡਲਟ ਆ, ਉਹ ਵੋਟ ਪਾ ਸਕਦਾ ਹੈ। ਤੇ ਅਡਲਟ ਦੀ ਉਮਰ ਕਿਸੇ ਸਮੇਂ 21 ਸਾਲ ਹੁੰਦੀ ਸੀ, ਬਾਲਗ ਹੋਣ ਦੀ ਉਮਰ 21 ਸਾਲ ਹੁੰਦੀ ਸੀ। ਰਾਜੀਵ ਗਾਂਧੀ ਦੀ ਸਰਕਾਰ ਨੇ ਇਹਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ 61ਵੀਂ ਸੰਵਿਧਾਨਕ ਸੋਧ 61ਵੀਂ ਸੰਵਿਧਾਨਕ ਸੋਧ ਕਰਕੇ 21 ਸਾਲ ਤੋਂ ਘਟਾ ਕੇ 18 ਸਾਲ ਕਰਤਾ। ਸੋ ਇੱਕ ਇਹ ਖਾਸੀਅਤ ਆ। ਦੂਜੀ ਇਹਨੂੰ ਛੱਡ ਦਿਓ, ਖਾਸ ਨਹੀਂ, ਇੱਕ ਮੈਂਬਰੀ ਚੋਣ ਖੇਤਰ। ਹਰ 543 ਹਲਕੇ ਬਣਨਗੇ ਪੰਜਾਬ ਭਾਰਤ 'ਚ, ਜਿਹਦੇ 'ਚੋਂ 13 ਪੰਜਾਬ 'ਚ ਬਣਨਗੇ, 10 ਹਰਿਆਣੇ 'ਚ ਵੀ ਬਣਨਗੇ। ਐਗਜ਼ਾਮਪਲ ਦੇ ਰਿਹਾ, ਹਰ ਹਲਕੇ 'ਚੋਂ ਇੱਕੋ ਇੱਕ ਮੈਂਬਰ ਜਿੱਤੂਗਾ, ਹਰ ਹਲਕੇ ਦੇ ਵਿੱਚੋਂ ਇੱਕ ਮੈਂਬਰ ਜਿੱਤੂਗਾ। ਇਹ ਦੂਜੀ ਖਾਸੀਅਤ ਆ। ਤੀਸਰੀ ਗੱਲ, ਪ੍ਰਤੱਖ ਤੌਰ 'ਤੇ ਡਾਇਰੈਕਟ ਚੋਣਾਂ ਹੋਣਗੀਆਂ। ਤੁਸੀਂ ਕਿਸੇ ਨੂੰ ਵੋਟਾਂ ਪਾਈਆਂ, ਉਹਨੇ ਕਿਸੇ ਨੂੰ, ਐਵੇਂ ਨਹੀਂ ਜਿਵੇਂ ਆਪਾਂ MLA ਨੂੰ ਪਾਈਆਂ, MLA ਨੇ ਅੱਗੇ ਰਾਜ ਸਭਾ ਦੇ ਮੈਂਬਰਾਂ ਨੂੰ। ਰਾਜ ਸਭਾ ਵਾਲੀ ਤਾਂ ਪ੍ਰਤੱਖ ਹੋ ਗਈ, ਇਹ ਪ੍ਰਤੱਖ ਸਿੱਧੀਆਂ ਤੁਸੀਂ ਹੀ ਵੋਟਾਂ ਪਾਉਣੀਆਂ ਹੈ ਤੇ ਗੁਪਤ ਮਤਦਾਨ ਆ, ਤੁਸੀਂ ਚੋਰੀ 'ਚ ਮਤਦਾਨ ਪਾਉਣਾ ਹੈ। ਠੀਕ ਆ, ਸੋ ਇਸੇ ਹਿਸਾਬ ਨਾਲ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਇਸ ਵਾਰ ਲੋਕ ਸਭਾ ਬਣੀ ਆ ਉਹ 17ਵੀਂ ਲੋਕ ਸਭਾ ਹੈ। ਅਪ੍ਰੈਲ 1952 ਦੇ ਵਿੱਚ ਪਹਿਲੀ ਲੋਕ ਸਭਾ ਬਣੀ ਤੇ 2019 'ਚ 17ਵੀਂ ਲੋਕ ਸਭਾ ਚੱਲ ਰਹੀ ਆ। ਇਹ ਗੱਲ ਬਹੁਤ ਇੰਪੋਰਟੈਂਟ ਆ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਲੋਕ ਸਭਾ ਹੈ, ਲੋਕ ਸਭਾ 'ਚ ਕੀ ਹੁੰਦਾ ਹੈ, ਕੌਣ ਸਪੀਕਰ ਆ, ਉਹ ਅੱਗੇ ਆਜੂ ਸਾਰਾ। ਪਰ ਲੋਕ ਸਭਾ ਬਾਰੇ ਸਾਨੂੰ ਇੰਨਾ ਪਤਾ ਲੱਗ ਗਿਆ, ਭਾਰਤ ਦੇ ਵਿੱਚ 2 ਸਦਨ ਨੇ, ਦੋਵਾਂ ਸਦਨਾਂ ਦੇ ਵਿੱਚ ਕਾਨੂੰਨ ਪਾਸ ਕਰਾਉਣ ਦਾ ਇੱਕ ਤਰੀਕਾ ਹੈ। ਭਾਰਤ ਦੇ ਕਿਸੇ ਵੀ ਸਦਨ ਦੇ ਵਿੱਚ ਪਹਿਲਾਂ ਕਾਨੂੰਨ ਬਣਨ ਜਾਊਗਾ, ਉੱਥੋਂ ਪਾਸ ਹੋਊਗਾ, ਫਿਰ ਦੂਜੇ ਸਦਨ 'ਚ ਜਾਊਗਾ, ਫਿਰ ਰਾਸ਼ਟਰਪਤੀ ਦੇ ਸਾਈਨ ਹੋਣਗੇ। ਪਹਿਲਾਂ ਕਿਹੜੇ ਸਦਨ 'ਚ ਜਾਊਗਾ? ਕਿਸੇ ਵੀ ਸਦਨ 'ਚ ਪਹਿਲਾਂ ਜਾ ਸਕਦਾ ਹੈ, ਲੋਕ ਸਭਾ 'ਚ ਵੀ ਤੇ ਰਾਜ ਸਭਾ 'ਚ ਵੀ, ਫਿਰ ਦੂਜੇ ਸਦਨ 'ਚ। ਸਿਰਫ ਜਿਹੜੇ ਵਿੱਤ ਬਿੱਲ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਮਨੀ ਬਿੱਲ ਕਹਿੰਦੇ ਆ, ਜਾਣੀ ਕਿ ਬਜਟ ਵਗੈਰਾ, ਜਿਨ੍ਹਾਂ 'ਚ ਪੈਸੇ ਦੀ ਗੱਲ ਹੋਵੇ, ਉਹ ਬਿੱਲ ਪਹਿਲਾਂ ਲੋਕ ਸਭਾ 'ਚੋਂ ਪਾਸ ਹੋਊਗਾ। ਜੇ ਲੋਕ ਸਭਾ 'ਚੋਂ ਪਾਸ ਹੋ ਗਿਆ ਤੇ ਰਾਜ ਸਭਾ ਉਹਨੂੰ ਸਿਰਫ 14 ਦਿਨਾਂ ਵਾਸਤੇ ਆਪਣੇ ਕੋਲ ਰੱਖ ਸਕਦੀ ਹੈ। ਜੇ 14 ਦਿਨਾਂ ਤੋਂ ਲਮਕਿਆ ਤੇ ਉਹ ਰਾਜ ਸਭਾ ਦੁਆਰਾ ਪਾਸ ਸਮਝਿਆ ਜਾਊਗਾ, ਫਿਰ ਉਹ ਰਾਸ਼ਟਰਪਤੀ ਕੋਲ ਜਾ ਕੇ ਉਹਦੇ ਸਾਈਨ ਹੋ ਜਾਣਗੇ। ਅਦਰਵਾਈਜ਼ ਕੋਈ ਵੀ ਬਿੱਲ ਹੋਵੇ, ਉਹ ਦੋਵਾਂ ਸਦਨਾਂ 'ਚੋਂ ਕਿਸੇ ਵੀ ਸਦਨ 'ਚੋਂ ਸ਼ੁਰੂ ਹੋ ਕੇ, ਉੱਥੋਂ ਪਾਸ ਹੋ ਕੇ ਫਿਰ ਦੂਜੇ ਸਦਨ 'ਚ ਜਾਂਦਾ ਹੈ, ਉੱਥੋਂ ਪਾਸ ਹੋ ਕੇ ਫਿਰ ਰਾਸ਼ਟਰਪਤੀ ਦੇ ਸਾਈਨ ਹੁੰਦੇ ਆ। ਸੋ ਕਹਿੰਦੇ ਆ ਜੀ, ਲੋਕ ਸਭਾ ਦੇ ਮੈਂਬਰਾਂ ਦੀ ਕੁਆਲੀਫਿਕੇਸ਼ਨ, ਭਾਰਤ ਦਾ ਨਾਗਰਿਕ ਜਿਵੇਂ ਰਾਜ ਸਭਾ ਦਾ ਮੈਂਬਰ ਬਣਨਾ ਹੋਵੇ ਤੇ ਉਮਰ 30 ਸਾਲ ਸੀ, ਲੋਕ ਸਭਾ ਦਾ ਮੈਂਬਰ ਬਣਨਾ ਹੋਵੇ ਤਾਂ ਉਮਰ 25 ਸਾਲ ਹੁੰਦੀ ਹੈ। ਗੌਰ ਕਰਿਓ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ। ਹੁਣ ਤੁਸੀਂ ਕਹੋਗੇ ਕਿ ਦੇਸ਼ ਦੀ ਸਰਕਾਰ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਵੇਂ ਬਣਦੀ ਹੈ? ਮੈਂ ਇਹ ਵੀ ਦੱਸਣਾ ਚਾਹੁੰਦਾ। ਤੁਸੀਂ ਕਹੋਗੇ ਗੱਲ ਛੱਡ ਕੇ ਕਿੱਥੇ ਪਹੁੰਚ ਗਏ, ਕੋਈ ਚੱਕਰ ਹੀ ਨਹੀਂ। 543 ਮੈਂਬਰਾਂ ਦੀ ਲੋਕ ਸਭਾ ਹੈ। ਜਿਹੜੀ ਪਾਰਟੀ ਦੀਆਂ ਅੱਧ ਤੋਂ ਵੱਧ, ਜਾਣੀ ਕਿ 272 ਜਾਂ ਵੱਧ ਸੀਟਾਂ ਆ ਗਈਆਂ, ਠੀਕ ਆ, ਉਹ ਪਾਰਟੀ ਸਰਕਾਰ ਬਣਾ ਸਕਦੀ ਹੈ। ਕਿਉਂਕਿ ਅੱਧ ਤੋਂ ਵੱਧ 272 ਹੀ ਬਣੀ ਆ ਨਾ, ਉਹ ਸਰਕਾਰ ਬਣਾ ਸਕਦੀ ਆ। ਉਹ ਆਪਣੇ 'ਚੋਂ ਇੱਕ ਲੀਡਰ ਚੁਣੂਗੀ, ਇੱਕ ਲੀਡਰ ਜਿਹਨੂੰ ਆਪਾਂ ਮੋਦੀ ਜੀ ਕਹਿੰਦੇ ਆ, ਉਹ ਪ੍ਰਧਾਨ ਮੰਤਰੀ ਬਣੂਗਾ ਤੇ ਮੋਦੀ ਆਪਣੇ ਨਾਲ ਜਿੰਨੇ ਮਰਜ਼ੀ ਬੰਦਿਆਂ ਨੂੰ ਮੰਤਰੀ ਲਾ ਸਕਦਾ ਹੈ। ਤੇ ਹੁਣ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ। ਮੰਨ ਲਓ 2009 ਦੀ ਗੱਲ ਆ, ਇੱਕ ਐਗਜ਼ਾਮਪਲ ਦੇ ਰਿਹਾ, ਜਾਂ 2004 ਦੀ। 2004 'ਚ ਕੀ ਹੋਇਆ ਸੀ? ਜਿਹੜੀ ਕਾਂਗਰਸ ਪਾਰਟੀ ਜਿੱਤੀ ਸੀ ਨਾ, ਉਹਨੂੰ 543 'ਚੋਂ ਮਿਲੀਆਂ ਸੀ ਸਿਰਫ 200 ਸੀਟਾਂ।
ਸਭ ਤੋਂ ਵੱਧ ਸੀਗੀਆਂ, ਪਰ ਇਹ 272 ਤੋਂ ਵੱਧ ਨਹੀਂ ਸੀਗੀਆਂ। 272 ਤਾਂ ਘੱਟੋ ਘੱਟ ਚਾਹੀਦੀਆਂ ਸਰਕਾਰ ਬਣਾਉਣ ਦੀ। ਫਿਰ ਇਹਨਾਂ ਨੇ ਬਾਕੀਆਂ ਦੀਆਂ ਸੀਟਾਂ ਲਈਆਂ, ਠੀਕ ਆ, ਕਿਸੇ ਤੋਂ 10 ਫੜੀਆਂ, ਕਿਸੇ ਤੋਂ 20 ਫੜੀਆਂ, ਕਿਸੇ ਤੋਂ 15 ਫੜੀਆਂ, ਕਿਸੇ ਤੋਂ ਐਵੇਂ 240, 260, 270, 280, 85, ਮੰਨ ਲਓ 285 ਕਰ ਲਈਆਂ। ਕਈ ਪਾਰਟੀਆਂ ਦੀਆਂ ਸਰਕਾਰਾਂ ਨੂੰ ਜਦੋਂ ਜੋੜ ਲਿਆ ਜਾਵੇ, ਇਹਨੂੰ ਕਹਿੰਦੇ ਗੱਠ ਜੋੜ ਦੀ ਸਰਕਾਰ। 2004 'ਚ ਗੱਠ ਜੋੜ ਦੀ ਸਰਕਾਰ ਹੀ ਬਣੀ ਸੀ। ਫਿਰ ਇਹਨਾਂ 285 ਨੇ ਆਪਣਾ ਲੀਡਰ ਚੁਣਨਾ ਹੈ, ਜ਼ਰੂਰੀ ਥੋੜ੍ਹਾ ਕਿ ਉਹ। ਫਿਰ ਉਹਨਾਂ 285 ਨੇ ਦੇਖਿਆ ਕਿ ਯਾਰ ਤੁਹਾਡੇ 'ਚੋਂ 200 ਵਾਲਿਆਂ 'ਚੋਂ ਕੋਈ ਬੰਦਾ ਵਧੀਆ ਨਹੀਂ, ਇੱਧਰੋਂ ਵੀ, ਇੱਧਰੋਂ ਵੀ ਨਹੀਂ, ਇੱਧਰੋਂ ਵੀ ਨਹੀਂ, ਇੱਧਰੋਂ ਵੀ ਨਹੀਂ। ਹੈਰਾਨੀ ਵਾਲੀ ਗੱਲ ਇਹ ਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਆਪਣੇ 'ਚੋਂ ਉਹਨਾਂ ਨੇ ਇੱਕ ਬੰਦਾ ਚੁਣਨਾ ਸੀ ਜਿਹਨੂੰ ਉਹਨਾਂ ਨੇ ਆਪਣਾ ਲੀਡਰ ਕਹਿਣਾ ਸੀ, ਅਤੇ ਲੀਡਰ ਚੁਣਿਆ ਉਹਨਾਂ ਨੇ ਰਾਜ ਸਭਾ ਦੇ ਵਿੱਚੋਂ। ਇਹ ਵੀ ਗੱਲ ਬੜੀ ਵਧੀਆ ਹੈ ਕਿ ਤੁਸੀਂ ਆਪਣਾ ਲੀਡਰ, ਜ਼ਰੂਰੀ ਨਹੀਂ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਜਾਂਦਾ, ਬਿਲਕੁਲ ਗੱਲ ਸਹੀ ਆ, ਪਰ ਪ੍ਰਧਾਨ ਮੰਤਰੀ ਰਾਜ ਸਭਾ 'ਚੋਂ ਵੀ ਚੁਣਿਆ ਜਾ ਸਕਦਾ ਹੈ। ਰੱਬ ਨਾ ਕਰੇ ਕਿ ਪ੍ਰਧਾਨ ਮੰਤਰੀ ਰਾਜ ਸਭਾ 'ਚੋਂ ਵੀ ਕੋਈ ਬੰਦਾ ਪਸੰਦ ਨਾ ਆਵੇ, ਕਿਸੇ ਤੀਜੇ ਬੰਦੇ ਨੂੰ ਵੀ ਪ੍ਰਧਾਨ ਮੰਤਰੀ ਲਾਇਆ ਜਾ ਸਕਦਾ ਹੈ, ਪਰ ਉਹ ਭਾਰਤ ਦਾ ਨਾਗਰਿਕ ਹੋਵੇ। ਫਿਰ ਉਹਨੂੰ ਇਹ ਕਿਹਾ ਜਾਊਗਾ ਕਿ 6 ਮਹੀਨਿਆਂ ਦੇ ਅੰਦਰ ਅੰਦਰ ਤੂੰ ਜਾਂ ਲੋਕ ਸਭਾ ਦੀਆਂ ਚੋਣਾਂ ਲੜ ਕੇ ਲੋਕ ਸਭਾ ਦਾ ਮੈਂਬਰ ਬਣ ਜਾ, ਅਦਰਵਾਈਜ਼ ਰਾਜ ਸਭਾ ਦਾ ਮੈਂਬਰ ਬਣ ਜਾ। 6 ਮਹੀਨਿਆਂ ਦੇ ਅੰਦਰ ਅੰਦਰ ਫਿਰ ਤੂੰ ਮੰਤਰੀ ਜਾਂ ਪ੍ਰਧਾਨ ਮੰਤਰੀ ਰਹਿ ਸਕੇਗਾ। 6 ਮਹੀਨੇ ਤੁਸੀਂ ਬਿਨਾਂ ਕਿਸੇ ਸਦਨ ਦੇ ਮੈਂਬਰ ਬਣੇ ਪ੍ਰਧਾਨ ਮੰਤਰੀ ਜਾਂ ਕਿਸੇ ਵੀ ਪਦ ਦੇ ਮੰਤਰੀ, ਅਹੁਦੇ ਦੇ ਮੰਤਰੀ ਰਹਿ ਸਕਦੇ ਹੋ। ਸੋ ਇਹ ਕਿੱਡੀ ਇੰਪੋਰਟੈਂਟ ਗੱਲ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ। ਸੋ ਇਹ ਗੱਲਾਂ ਆਪਾਂ ਨੂੰ ਕਈ ਵਾਰੀ ਕਨਫਿਊਜ਼ ਹੋ ਜਾਂਦੀਆਂ। ਜੇ ਕੋਈ ਮੈਨੂੰ ਕਵੇ ਕਿ ਪ੍ਰਧਾਨ ਮੰਤਰੀ ਕਿਹੜੇ ਸਦਨ 'ਚੋਂ ਚੁਣਿਆ ਜਾਂਦਾ ਹੈ, ਲੋਕ ਸਭਾ 'ਚੋਂ ਕਿ ਜਾਂ ਰਾਜ ਸਭਾ 'ਚੋਂ ਜਾਂ ਕਿਸੇ 'ਚੋਂ ਵੀ, ਦੋਵਾਂ 'ਚੋਂ ਕਿਸੇ 'ਚੋਂ ਵੀ, ਇਸ ਕਰਕੇ ਅਕਸਰ ਪੇਪਰ 'ਚ ਸਵਾਲ ਆਉਂਦਾ ਹੈ ਕਿ ਪ੍ਰਧਾਨ ਮੰਤਰੀ ਬਣਨ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ, ਤਾਂ ਤੁਸੀਂ ਕਹੋ ਕਿ 25 ਸਾਲ ਜੇਕਰ ਤੁਸੀਂ ਲੋਕ ਸਭਾ ਦੇ ਮੈਂਬਰ ਹੋ, 30 ਸਾਲ ਜੇਕਰ ਤੁਸੀਂ ਰਾਜ ਸਭਾ ਦੇ ਮੈਂਬਰ ਹੋ। ਸਿੱਧਾ ਜਵਾਬ ਨਹੀਂ ਇਹਦਾ ਕੋਈ 25 ਜਾਂ 30 ਜਾਂ 28 ਐਵੇਂ ਨਹੀਂ ਹੈਗਾ, ਦਿਮਾਗ ਲਾਉਣਾ ਪੈਣਾ ਕਿ 25 ਸਾਲ ਜੇ ਤੁਸੀਂ ਲੋਕ ਸਭਾ ਦੇ ਮੈਂਬਰ ਹੋ ਅਤੇ 30 ਸਾਲ ਜੇ ਰਾਜ ਸਭਾ ਦੇ ਮੈਂਬਰ ਹੋ। ਸੋ ਆਹ ਗੱਲ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ, ਠੀਕ ਆ। ਸੋ ਇਹ ਆਪਾਂ ਨੂੰ ਕਲੀਅਰ ਹੋ ਗਿਆ। ਹੁਣ ਆਪਾਂ ਨੂੰ ਇੱਕ ਗੱਲ ਬੜੀ ਕਲੀਅਰ ਹੋ ਗਈ ਕਿ ਇੱਕ ਘੜੀ ਬੜੀ ਕਲੀਅਰ ਆ ਕਿ ਲੋਕ ਸਭਾ ਬਾਰੇ ਵੀ ਮੈਂ ਕਾਫੀ ਹੱਦ ਤੱਕ ਪੜ੍ਹ ਲਿਆ ਅਤੇ ਰਾਜ ਸਭਾ ਬਾਰੇ ਵੀ। ਮੰਨ ਲਓ ਕਿਸੇ ਬੰਦੇ ਨੇ ਲੋਕ ਸਭਾ ਦੀ ਵਿੱਚ 60 ਦਿਨ ਬਿਨਾਂ ਸਪੀਕਰ ਨੂੰ ਦੱਸੇ, ਜਿਹੜਾ ਕਿ ਲੋਕ ਸਭਾ ਦਾ ਮੁੱਖ ਉਹ ਹੁੰਦਾ ਹੈ, ਅਫਸਰ ਹੁੰਦਾ ਹੈ, ਠੀਕ ਆ। ਇਹ ਗੱਲ ਰਾਜ ਸਭਾ ਦੇ ਵੀ ਢੁੱਕਦੀ ਆ, ਉੱਥੇ ਨਹੀਂ ਸੀ ਮੈਂ ਦੱਸੀ। ਜੇ ਕਿਸੇ ਨੇ ਚੇਅਰਮੈਨ ਨੂੰ 60 ਦਿਨ ਦੱਸੇ ਬਿਨਾਂ ਲੋਕ ਸਭਾ 'ਚ ਛੁੱਟੀ ਮਾਰ ਲਈ ਜਾਂ ਰਾਜ ਸਭਾ ਵਾਲੇ ਨੇ ਰਾਜ ਸਭਾ 'ਚੋਂ, ਤਾਂ ਜਿਹੜਾ ਤੁਹਾਡਾ ਪੀਠਾਸੀਨ ਅਧਿਕਾਰੀ ਆ, ਪੀਠਾਸੀਨ ਅਧਿਕਾਰੀ ਜਿਹੜਾ ਸਭ ਤੋਂ ਉੱਪਰਲੀ ਕੁਰਸੀ 'ਤੇ ਬੈਠਾ ਹੈ, ਲੋਕ ਸਭਾ ਦੇ ਕੇਸ 'ਚ ਸਪੀਕਰ ਕਹਿ ਦਿੰਦੇ ਆ ਅਤੇ ਰਾਜ ਸਭਾ ਦੇ ਕੇਸ 'ਚ ਚੇਅਰਮੈਨ ਕਹਿ ਦਿੰਦੇ ਆ। ਉਹਨੂੰ ਜੇ ਇਹ ਗੱਲ ਪਤਾ ਲੱਗ ਗਈ ਜਾਂ ਉਹਦੀ ਨੋਟਿਸ 'ਚ ਆ ਗਿਆ ਅਤੇ ਉਹਨੇ ਸੋਚਿਆ, ਤਾਂ ਉਹ ਤੁਹਾਨੂੰ ਬਰਖਾਸਤ ਵੀ ਕਰ ਸਕਦਾ ਹੈ 60 ਦਿਨ ਲਗਾਤਾਰ ਛੁੱਟੀ ਮਾਰਨ 'ਤੇ। ਦੂਜੀ ਗੱਲ, ਜੇ ਤੁਹਾਡੀ ਜਿਹੜੀ ਚੋਣ ਲੜੀ ਸੀ ਲੋਕ ਸਭਾ ਦੀ, ਉਹਨੂੰ ਕੋਰਟ ਨੇ ਇਹ ਕਹਿ ਦਿੱਤਾ ਹੋਵੇ ਕਿ ਇਹ ਤਾਂ ਜੀ ਧੱਕੇ ਨਾਲ ਲੜੀ ਆ, ਇਹ ਗੈਰ ਕਾਨੂੰਨੀ ਆ, ਉਹ ਵੀ ਫਿਰ ਗਿਆ। ਤੀਸਰਾ, ਜਾਂ ਤੁਸੀਂ ਕਿਸੇ ਬਲਾਤਕਾਰ ਦੇ ਮਾਮਲੇ 'ਚ ਫਸ ਗਏ ਜਾਂ ਛੂਆ ਛੂਤ ਦੇ ਮਾਮਲੇ 'ਚ ਫਸ ਗਏ, ਦਹੇਜ ਦੇ, ਸਤੀ ਵਿਰੋਧੀ ਕਾਨੂੰਨ ਦੇ, ਐਵੇਂ ਦਾ ਕੋਈ ਵੀ ਤੁਹਾਡੇ 'ਤੇ ਕੇਸ ਪੈ ਗਿਆ, ਤਾਂ ਤੁਸੀਂ ਉਸ ਕੇਸ ਦੇ ਵਿੱਚ ਵੀ ਮਤਲਬ ਕਿ ਤੁਹਾਡੀ ਮੈਂਬਰਸ਼ਿਪ ਜਾਊਗੀ। ਸੋ ਇਹ ਕਹਾਣੀ ਸੀ ਸਾਨੂੰ ਲੋਕ ਸਭਾ ਦੇ ਮੈਂਬਰ ਦੀ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਸੀਗੀ, ਠੀਕ ਆ। ਹੁਣ ਜੇ ਸਭ ਨੂੰ ਇੰਪੋਰਟੈਂਟ ਗੱਲ ਇਹ ਆ, ਤਾਂ ਇੱਕ ਗੱਲ ਬੜੀ ਕਲੀਅਰ ਆ। ਹੁਣ ਮੰਨ ਲਓ ਕਹਿੰਦੇ ਆ ਡਬਲ ਮੈਂਬਰਸ਼ਿਪ ਕੀ ਹੁੰਦੀ ਆ, ਵਟ ਇਜ਼ ਡਬਲ ਮੈਂਬਰਸ਼ਿਪ, ਜਿਹਨੂੰ ਆਪਾਂ ਕਹਿੰਦੇ ਆ ਦੋਹਰੀ ਮੈਂਬਰਸ਼ਿਪ। ਹੁਣ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੋਹਰੀ ਮੈਂਬਰਸ਼ਿਪ ਬਾਰੇ ਦੱਸਦਾ ਕਿ ਹੁਣ ਇਹ ਚੀਜ਼ ਬਹੁਤ ਇੰਪੋਰਟੈਂਟ ਆ, ਠੀਕ ਆ। ਹੁਣ ਦੇਖਿਓ ਧਿਆਨ ਨਾਲ, ਜਿਵੇਂ ਸਪੋਜ਼ ਕਰੋ ਤਾਂ ਇਹ ਆਪਾਂ ਨੂੰ ਜਿਵੇਂ ਇੱਕ ਐਗਜ਼ਾਮਪਲ ਦਿੰਦਾ ਕਿ ਇੱਕ ਬੰਦਾ MLA ਸੀਗਾ, ਉਹ MLA ਦੇ ਨਾਲ MP ਵੀ ਬਣ ਗਿਆ। ਕਿਉਂ? ਜਦੋਂ ਤੁਸੀਂ ਇੱਕ MLA ਹੋ, ਤੁਹਾਨੂੰ ਲੱਗਦਾ ਯਾਰ ਕਿ ਮੈਂ MP ਦੀਆਂ ਚੋਣਾਂ ਆ ਗਈਆਂ, ਮੈਂ MP ਵੀ ਖੜ੍ਹ ਜਾ। MLA ਜਦੋਂ MP ਚੁਣਿਆ ਜਾਂਦਾ ਹੈ ਜਾਂ MP MLA ਚੁਣਿਆ ਜਾਂਦਾ ਹੈ, ਤਾਂ ਇੱਕ ਗੱਲ ਯਾਦ ਰੱਖਿਓ, ਤੁਸੀਂ ਕਹੋਗੇ ਇੱਕ ਬੰਦਾ MP ਤਾਂ ਲੋਕ ਸਭਾ ਦਾ ਹੈ, MLA ਇੱਕ ਸਟੇਟ ਦਾ ਹੀ ਹੁੰਦਾ ਹੈ, ਕੋਈ ਕਿਉਂ ਛੱਡੂਗਾ? ਛੱਡ ਦਿੰਦੇ ਆ ਜੀ, ਇਹ ਕੋਈ ਚੱਕਰ ਵਾਲੀ ਗੱਲ ਨਹੀਂ। ਅਸਲ ਦੇ ਵਿੱਚ ਕੀ ਆ, ਭਗਵੰਤ ਮਾਨ ਪਹਿਲਾਂ ਸੰਗਰੂਰ ਤੋਂ ਲੋਕ ਸਭਾ ਦੇ MP ਸੀ, ਪਰ ਇਹਨਾਂ ਨੂੰ ਪਤਾ ਸੀ ਕਿ MP ਤਾਂ ਉਹ ਆਮ ਆਦਮੀ ਪਾਰਟੀ ਦੇ ਆ, ਲੋਕ ਸਭਾ ਦੇ ਵਿੱਚ ਤਾਂ ਉਹਦੀ ਇੱਕ ਹੀ ਸੀਟ ਆ ਅਤੇ ਉਹਦੀ ਏਡੀ ਬੁੱਕਤ ਹੈ ਹੀ ਨਹੀਂ।
पर जे वो MLA बन जाण तो उन्हों की पार्टी जित जे तो पंजाब दे विच मुख मंत्री बन सकते हैं। तो उन्होंने MP हुंदे होए MLA दीयां चोणां लड़ियां तो जित भी गए। ठीक है, MP हुंदे होए MLA दीयां चोणां लड़ियां तो जित गए। तो जदों MP हुंदे होए चोणां लड़ियां तो चोणां लड़ के जिते तो उन्हां कोल 15 दिनों का टाइम सी, 14 दिनों का, 15 गलत लिखिया गया, 14 दिनों का। 14 दिनों के अंदर अंदर उन्होंने अपनी MPशिप छड्डनी पैनी सी। जे नहीं छड्डदे तो तुहाडी जिहड़ी MPशिप आ अपने आप खत्म हो जाती है। सो ये गल बहुत इंपॉर्टेंट आ। ठीक है, दूसरी गल ये गल होर बहुत इंपॉर्टेंट आ, जे तुसीं मन लो तुहानूं लग्गिया कि तुसीं एक सीट तो हार जोगे, तुसीं एक जां एक तो वध सीटां तो खड़ गए, तां भी तुहानूं 10 दिनों के अंदर अंदर किसी एक सीट तो अस्तीफा देना पऊगा जे तुसीं दोवां तो जित गए, नहीं तो तुहाडी दोवां सीटां तो सदस्यता खत्म हो जाऊगी। इत्थे 10 दिन का केस आ। सो ये गल बहुत इंपॉर्टेंट आ। इनू कहते आ दोहरी मैंबरशिप हो जानी। दोहरी मैंबरशिप का मतलब आ कि एक बंदा जां तां चोणां लड़ के दोवां उहदा ही मैंबर बन गया। ठीक है, ये मतलब कि एक जां एक तो वध सीटां ते वो मतलब कि जिवें सपोज करो एक बंदे नूं लग्गिया कि यार मैं चोणां हार सकदा एक सीट तो, उन्हें फलानी सीट तो भी फार्म भरते ते ढमकानी सीट तो भी, दोवां सीटां तो इक्को बंदा इलैक्शन लड़ सकदा है। एक बंदा एक जां एक तो वध सीटां तो इलैक्शन लड़ सकदा है, पर दो तो वध तो नहीं लड़ सकदा। सिर्फ एक सीट जां दो सीटां ते, दो तो वध ते नहीं। जे तुसीं दो सीटां ते ही जित गए तो 10 दिन, मैं गलत कहता, 15 दिनों के अंदर अंदर तुहानूं एक सीट छड्डनी पऊगी। इस केस दे विच जे तुसीं ना छड्डी, ये नहीं कि तुहाडी एक सीट जाऊगी, दोवें ही जाणगियां। सो ये गल बहुत इंपॉर्टेंट आ कि जे तुसीं इदां नहीं करदे, ठीक आ, तो तुहाडीआं दोवें सीटां तो ही तुहानूं जाना पऊगा। सो इनू कहंदे आ दो जां दो तो वध चुने जाणगे खेतर की मनाही। तुसीं दो तो वध खेतरां तो चुने नहीं जा सकते, पर दो खेतरां तो जे तुसीं चुने भी गए, ठीक है, तो तुहानूं एक तो अस्तीफा देना पऊगा। हुण गल करते हैं, हुण ये तो गल समझ आ गई कि एक बंदा जे MLA दे नाल नाल MP बन गया तो 15 दिनों के अंदर अंदर अस्तीफा देना पऊगा, 14 दिनों के अंदर, सॉरी, नहीं तो उसकी MPशिप जाऊगी। जे एक बंदा इक्को बार इलैक्शन लड़के MP दीयां दोवें सीटां जित गया, दो सीटां तो लड़के दोवें जित गया, जां MLA दीयां दो सीटां तो लड़के दोवें जित गया, तां भी 15 दिनों के अंदर अंदर अस्तीफा देना पऊगा, नहीं तो दोवें गईयां। सो ये चीज़ बहुत इंपॉर्टेंट है। नैक्सट उस तो बाद अगे आ गई लोक सभा की म्याद कितनी हुंदी है। राज सभा दे विच एक मैंबर 6 साल रह सकदा, मैं दस्सिया सीगा। ठीक है, हाँ वो अड्ड गल आ कि 2 साल बाद, हर 2 साल बाद 1/3 मैंबर रिटायर हो जाते हैं, पर लोक सभा की म्याद 5 साल आ। ਇਹਦਾ मतलब की आ कि लोक सभा हमेशा ਜਦੋਂ ਚੱਲਦੀ ਆ ਤਾਂ 5 साल की पक्की ਚੱਲਦੀ ਆ? नहीं। लोक सभा ਦੇ ਵਿੱਚ ਜਿਹੜੀ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਹੁੰਦੀਆਂ, ਜੇ ਉਹਦੀਆਂ ਸੀਟਾਂ 272 ਟੱਪ ਗਈਆਂ ਤਾਂ ਉਹਨਾਂ ਦੀ ਪਾਰਟੀ ਦੀ ਸਰਕਾਰ ਬਣ ਜੂਗੀ। ਰੱਬ ਨਾ ਕਰੇ 3 ਸਾਲ ਬਾਅਦ ਉਹਨਾਂ ਦੀ ਪਾਰਟੀ ਦੇ ਅੱਧੇ ਬੰਦੇ ਮੁੱਕਰ ਜਾਣ ਤੇ ਉਹਨਾਂ ਦੀਆਂ ਸੀਟਾਂ ਦੀ ਗਿਣਤੀ 3 ਸਾਲ ਬਾਅਦ ਹੀ 262 ਤੇ ਆ ਜੇ, ਤਾਂ ਸਰਕਾਰ 3 ਸਾਲ ਬਾਅਦ ਵੀ ਟੁੱਟ ਸਕਦੀ ਹੈ। ਇਹਦਾ ਮਤਲਬ ਲੋਕ ਸਭਾ 3 ਸਾਲ ਬਾਅਦ ਵੀ ਭੰਗ ਹੋ ਸਕਦੀ ਹੈ। ਲੋਕ ਸਭਾ ਦਾ ਕਾਰਜਕਾਲ 5 ਸਾਲ ਬਾਰੇ ਮੈਂ ਕਹੂੰਗਾ ਕਿ ਵੱਧ ਤੋਂ ਵੱਧ 5 ਸਾਲ ਆ, ਇਸ ਤੋਂ ਘੱਟ ਵੀ ਸਕਦਾ ਹੈ। ਆਮ ਨੋਰਮਲੀ ਇੰਨੇ 5 ਸਾਲਾਂ ਬਾਅਦ ਹੀ ਚੋਣਾਂ ਹੁੰਦੀਆਂ, ਪਰ ਇਸ ਤੋਂ ਪਹਿਲਾਂ ਵੀ ਲੋਕ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈ। ਠੀਕ ਆ, ਇਹਨੂੰ ਭੰਗ ਕਰਨ ਵਾਸਤੇ ਇਹ ਗੱਲ ਕਲੀਅਰ ਆ ਕਿ ਜਿਹੜੀ ਪਾਰਟੀ ਸੱਤਾ 'ਚ ਆ, ਜਿਨ੍ਹਾਂ ਦੀ ਸਰਕਾਰ ਆ, ਉਹਨਾਂ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਦਾ ਮਤਲਬ ਹੁੰਦਾ ਹੈ ਕਿ ਲੋਕ ਸਭਾ ਦੇ ਵਿੱਚ ਤੁਹਾਡੇ ਕੁਝ ਬੰਦੇ ਮੁੱਕਰ ਗਏ ਤੇ ਤੁਹਾਡੀਆਂ ਸੀਟਾਂ ਦੀ ਗਿਣਤੀ ਅੱਧ ਤੋਂ ਘੱਟ ਜੇ, ਫਿਰ ਤੁਹਾਡੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਤੁਹਾਡੇ ਕੋਲ ਨੂੰ ਕਿਹਾ ਜਾ ਸਕਦਾ ਹੈ ਕਿ ਲੋਕ ਸਭਾ 'ਚ ਆਪਣੇ ਬੰਦਿਆਂ ਦੀ ਦੁਬਾਰਾ ਗਿਣਤੀ ਕਰਵਾਓ। ਕੀ ਕਰਵਾਓ? ਦੁਬਾਰਾ ਗਿਣਤੀ ਕਰਵਾਓ। ਵਿਰੋਧੀ ਪਾਰਟੀ ਦੇ 50 MP ਇਕੱਠੇ ਹੋ ਕੇ, ਮੈਂਬਰ ਇਕੱਠੇ ਹੋ ਕੇ ਜੇ ਸਪੀਕਰ ਨੂੰ ਕਹਿਣ ਕਿ ਸਾਨੂੰ ਸ਼ੱਕ ਆ, ਤਾਂ ਲੋਕ ਸਭਾ ਦਾ ਸਪੀਕਰ ਕਹੂਗਾ ਸਰਕਾਰ ਨੂੰ ਕਿ ਇੱਕ ਵਾਰੀ ਆਪਣਾ ਵਿਸ਼ਵਾਸ ਸਾਬਤ ਕਰਕੇ ਜਾਓ। ਸੋ ਇਹ ਗੱਲ ਬਹੁਤ ਇੰਪੋਰਟੈਂਟ ਆ। ਮਿਆਦ ਘੱਟ ਸਕਦੀ ਆ 5 ਸਾਲ ਤੋਂ। ਉਸ ਤੋਂ ਬਾਅਦ ਨੈਕਸਟ ਹੁਣ ਦੇਖੋ, ਕਹਿੰਦੇ ਲੋਕ ਸਭਾ ਦਾ ਕਾਰਜਕਾਲ 5 ਸਾਲ ਜਾਂ 5 ਸਾਲ ਤੋਂ ਘੱਟ ਹੁੰਦਾ ਹੈ। 5 ਸਾਲ ਪੂਰੇ ਹਮੇਸ਼ਾ ਘੱਟਦਾ ਹੈ। ਘੱਟ ਤਾਂ ਕਰਦਾ ਹੈ ਜੇ ਕਿਤੇ ਕੋਈ ਗੜਬੜ ਹੋ ਜੇ ਤਾਂ। ਠੀਕ ਹੈ, ਹਾਂ, ਜੇ ਦੇਸ਼ ਦੇ ਵਿੱਚ ਆਪਾਤਕਾਲ ਲੱਗਿਆ ਹੈ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕੀ ਕਹਿੰਦੇ ਆ, ਐਮਰਜੈਂਸੀ, ਜੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਆ ਅਨੁਛੇਦ 352 ਦੇ ਤਹਿਤ, ਤਾਂ ਐਮਰਜੈਂਸੀ ਦੇ ਦੌਰਾਨ ਕਾਨੂੰਨ ਪਾਸ ਕਰਕੇ ਲੋਕ ਸਭਾ ਦੀ ਮਿਆਦ ਨੂੰ 1 ਸਾਲ ਵਧਾਇਆ ਜਾ ਸਕਦਾ ਹੈ।
ਜੇ ਐਮਰਜੈਂਸੀ ਅੱਗੇ ਕੰਟੀਨਿਊ ਕਰ ਗਈ, ਫਿਰ ਕਾਨੂੰਨ ਪਾਸ ਕਰਕੇ 1 ਸਾਲ ਹੋਰ ਵਧਾ ਲਓ, ਫਿਰ ਕਾਨੂੰਨ ਪਾਸ ਕਰਕੇ ਜਿੰਨਾ ਚਿਰ ਐਮਰਜੈਂਸੀ ਨਹੀਂ ਮੁੱਕਦੀ ਇੱਕ ਇੱਕ ਸਾਲ ਕਰਕੇ ਤੁਸੀਂ ਜਿੰਨਾ ਚਿਰ ਮਰਜ਼ੀ ਵਧਾਈ ਜਾਓ। ਸੋ ਉਸ ਸੂਰਤ 'ਚ ਲੋਕ ਸਭਾ ਦਾ ਨੂੰ ਵਧਾਇਆ ਜਾ ਸਕਦਾ। ਜਿਵੇਂ 18 ਮਾਰਚ 1976 ਨੂੰ ਸਮਾਪਤ ਹੋਣੀ ਸੀ, ਪਰ ਫਰਵਰੀ 'ਚ ਹੀ ਲੋਕ ਸਭਾ ਨੂੰ 1 ਸਾਲ ਲਈ ਹੋਰ ਵਧਾ ਦਿੱਤਾ ਗਿਆ। ਸੋ ਇਹ ਚੀਜ਼ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ, ਠੀਕ ਆ। ਹੁਣ ਆਪਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਲੱਗ ਗਈ ਤੇ ਅੱਗੇ ਗੱਲ ਕਰਦੇ ਹਾਂ ਲੋਕ ਸਭਾ ਦੇ ਕੋਰਮ ਬਾਰੇ। ਕੋਰਮ ਦਾ ਮਤਲਬ ਹੁੰਦਾ ਘੱਟੋ ਘੱਟ ਕਿੰਨੇ ਬੰਦਿਆਂ ਦੀ ਹਾਜ਼ਰੀ ਚਾਹੀਦੀ ਆ ਤਾਂ ਕਿ ਲੋਕ ਸਭਾ ਦੀ ਕਾਰਵਾਈ 'ਚ ਵਿਘਨ ਨਾ ਪਵੇ। ਜਿਵੇਂ ਰਾਜ ਸਭਾ 'ਚ ਉਵੇਂ ਹੀ ਲੋਕ ਸਭਾ 'ਚ 1/10, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ 10%। ਜੇ 10% ਬੰਦੇ ਕਹਿਣਗੇ ਆਉਣਗੇ ਫਿਰ ਲੋਕ ਸਭਾ ਦੀ ਕਾਰਵਾਈ ਚੱਲੂਗੀ। ਅਦਰਵਾਈਜ਼ ਲੋਕ ਸਭਾ ਦਾ ਸਪੀਕਰ, ਜਿਨ੍ਹਾਂ ਨੂੰ ਆਪਾਂ ਜਾਣਦੇ ਆ ਓਮ ਬਿਰਲਾ, ਠੀਕ ਆ, ਇਹ ਕੋਟਾ ਤੋਂ MP ਨੇ। ਇਹਦਾ ਮਤਲਬ ਪਤਾ ਲੱਗ ਗਿਆ ਕਿ ਜਿਵੇਂ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਹੈ ਉਹ ਉਪ ਰਾਸ਼ਟਰਪਤੀ ਹੁੰਦਾ ਹੈ, ਉਹਦੇ ਚੋਂ ਰਾਜ ਸਭਾ ਦੇ ਵਿੱਚੋਂ ਨਹੀਂ ਚੁਣਿਆ ਜਾਂਦਾ, ਸਗੋਂ ਉਹ ਆਪਣਾ ਡਿਪਟੀ ਚੇਅਰਮੈਨ ਹੀ ਚੁਣਦੇ ਆ। ਲੋਕ ਸਭਾ ਦੇ ਵਿੱਚ ਜਿਹੜਾ ਸਪੀਕਰ ਹੁੰਦਾ ਤੇ ਡਿਪਟੀ ਸਪੀਕਰ ਦੋਵੇਂ ਹੀ ਲੋਕ ਸਭਾ ਦੇ ਵਿੱਚੋਂ ਹੀ ਚੁਣੇ ਜਾਂਦੇ ਆ। ਪਰ ਇਸ ਦੇਸ਼ ਦੀ ਕਿੱਡੀ ਮਾੜੀ ਗੱਲ ਆ ਕਿ ਲੋਕ ਸਭਾ ਦੇ ਵਿੱਚ ਸਪੀਕਰ ਤਾਂ ਹੈਗਾ ਏ, 2019 ਤੋਂ ਲੋਕ ਸਭਾ ਦੇ ਡਿਪਟੀ ਸਪੀਕਰ ਦੀ ਅਸੀਂ ਚੋਣ ਹੀ ਨਹੀਂ ਕੀਤੀ। ਸੋ ਲੋਕ ਸਭਾ ਦੇ ਵਿੱਚ ਸਪੀਕਰ ਵਾਲਾ ਕਨਸੈਪਟ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ, ਠੀਕ ਆ। ਲੋਕ ਸਭਾ ਨੂੰ ਚਲਾਉਣ ਵਾਸਤੇ ਲੋਕ ਸਭਾ ਦੇ ਵਿੱਚ ਇੱਕ ਅਹੁਦਾ ਹੁੰਦਾ ਹੈ ਜਿਹਨੂੰ ਆਪਾਂ ਸਪੀਕਰ ਕਹਿੰਦੇ ਆ, ਤੇ ਸਪੀਕਰ ਦੀ ਗੈਰ ਹਾਜ਼ਰੀ 'ਚ ਡਿਪਟੀ ਸਪੀਕਰ ਇਹ ਕੰਮ ਕਰਦਾ ਹੈ। ਤੇ 2019 ਤੋਂ ਭਾਰਤ ਦੇ ਵਿੱਚ ਲੋਕ ਸਭਾ ਦਾ ਕੋਈ ਡਿਪਟੀ ਸਪੀਕਰ ਹੀ ਹੈ ਨਹੀਂ। ਤੇ ਮੈਂ ਤੁਹਾਨੂੰ ਦੱਸਦਾ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ GV ਮਾਲਵੰਕਰ, ਜਿਨ੍ਹਾਂ ਬਾਰੇ ਮੈਂ ਪਹਿਲਾਂ ਵੀ ਪੜ੍ਹਾ ਚੁੱਕਿਆ, ਇਹ ਲੋਕ ਸਭਾ ਦੇ ਪਹਿਲੇ ਸਪੀਕਰ ਬਣੇ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਦੋਂ ਸੰਵਿਧਾਨ ਸਭਾ ਸੀ ਉਦੋਂ ਜਿਹੜੀ RG ਸੰਸਦ ਬਣੀ ਸੀਗੀ ਉਹਦੇ ਵੀ ਪਹਿਲੇ ਸਪੀਕਰ ਇਹੀ ਸੀ। ਸੋ ਨਵੀਂ ਲੋਕ ਸਭਾ ਜਿਹੜੀ ਬਣੀ ਸੀ ਉਹਦੇ ਵੀ ਪਹਿਲੇ ਸਪੀਕਰ ਇਹੀ ਬਣੇ ਆ, ਠੀਕ ਆ। ਉਸ ਤੋਂ ਬਾਅਦ ਹੁਣ ਓਮ ਬਿਰਲਾ 19 ਜੂਨ 2000 ਤੋਂ ਅੱਗੇ ਦੇ ਚੱਲ ਰਹੇ ਆ। ਸੋ ਇਹ ਆਪਣੇ ਕੋਲ ਲੋਕ ਸਭਾ ਦਾ ਕਿੱਸਾ ਸੀ ਕਿ ਲੋਕ ਸਭਾ ਕੀ ਹੁੰਦੀ ਆ, ਲੋਕ ਸਭਾ 'ਚ ਕੌਣ ਕੀ ਆ, ਕਿੰਨੇ ਮੈਂਬਰ ਆ, ਕਿਹੜੀ ਸੰਵਿਧਾਨਕ ਸੋਧ ਨਾਲ ਜਿਹੜੀ ਉਹ ਜਾਤ ਆ ਆਪਣੀ ਐਂਗਲੋ ਇੰਡੀਅਨ ਬਰਾਦਰੀ ਆ ਉਹਨਾਂ ਦੇ ਬੰਦਿਆਂ ਜਿਹੜੇ 2 ਬੰਦੇ ਚੁਣੇ ਜਾਂਦੇ ਸੀ ਉਹਨੂੰ ਖਤਮ ਕਰ ਦਿੱਤਾ ਗਿਆ। ਹਰ ਇੱਕ ਗੱਲ ਲੋਕ ਸਭਾ ਨਾਲ ਸੰਬੰਧਿਤ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਜੋ ਵੀ ਤੁਸੀਂ ਇਹ ਪੜ੍ਹ ਰਹੇ ਹੋ, ਤੁਹਾਨੂੰ ਇਹ ਜੇ ਤੁਸੀਂ ਕਾਂਸਟੇਬਲ ਦੀ ਤਿਆਰੀ ਕਰ ਰਹੇ ਹੋ ਪੰਜਾਬ ਪੁਲਿਸ ਦੇ, ਤਾਂ ਤੁਸੀਂ ਇਸ ਕਿਤਾਬ ਨੂੰ ਮੰਗਵਾ ਸਕਦੇ ਹੋ, ਠੀਕ ਹੈ। 2 ਕਿਤਾਬਾਂ ਦਾ ਸੈੱਟ ਆ, ਇਹਨੂੰ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਮੰਗਵਾਓ। ਜੋ ਸਕਰੀਨ 'ਤੇ ਚੱਲ ਰਿਹਾ ਇਹੀ ਥਿਊਰੀ ਇਹਦੇ 'ਚ, ਚਾਹੇ ਤੁਸੀਂ ਪੋਲਿਟੀ, ਜੇ ਅੱਗੇ ਜਾ ਕੇ ਜਦੋਂ ਵੀ ਪੰਜਾਬ ਪੜ੍ਹਾਵਾਂਗੇ ਸੇਮ ਆਹੀ, ਜਦੋਂ ਮੈਥ ਪੜ੍ਹਾਵਾਂਗੇ ਉਹ ਵੀ ਸੇਮ ਆ। ਸਾਡੇ ਕੋਲ ਕੌਣ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਦੇਖੋ ਸਾਡੀ ਕੋਸ਼ਿਸ਼ ਇਹ ਆ ਕਿ ਕੋਈ ਵੀ ਬੱਚਾ ਜਿਹੜਾ PSSB ਦੇ ਪੇਪਰਾਂ ਦੀ ਤਿਆਰੀ ਕਰ ਰਿਹਾ, ਠੀਕ ਆ, ਕੋਈ ਵੀ ਬੱਚਾ ਜਿਹੜਾ PSSB ਦੇ ਪੇਪਰਾਂ ਦੀ ਤਿਆਰੀ ਕਰ ਰਿਹਾ ਉਹ ਸਾਡੇ ਨਾਲ ਜੁੜ ਸਕਦਾ ਹੈ। ਪਰ ਵਿਸ਼ੇਸ਼ ਤੌਰ 'ਤੇ ਜੇ ਮੈਂ ਤੁਹਾਨੂੰ ਦੱਸਾਂ ਤਾਂ ਸਾਡੇ ਕੋਲ ਇਸ ਟਾਈਮ ਕਿਹੜੇ ਪੇਪਰਾਂ ਦੀ ਸਾਡੀ ਤਿਆਰੀ ਚੱਲ ਰਹੀ ਹੈ। ਦੇਖੋ, ਇੱਕ ਕਾਂਸਟੇਬਲ, ਇੱਕ ਸਪੈਸ਼ਲ ਸਾਡਾ ਜਿਹੜਾ ਪਲੇਟਫਾਰਮ ਜਿਹਦੇ ਵਾਸਤੇ ਤਿਆਰ ਕੀਤਾ ਗਿਆ ਹੈ ਪੰਜਾਬ ਪੁਲਿਸ ਹੌਲਦਾਰ BPT ਕਾਂਸਟੇਬਲ। ਇਹਦੇ 'ਚ ਅਸੀਂ ਸਾਰੇ ਸਬਜੈਕਟ ਪੰਜਾਬੀ ਮੀਡੀਅਮ 'ਚ ਪੜ੍ਹਾਉਣੇ ਆ। ਕਿਹੜੇ IPC, CRPC, ਐਵੀਡੈਂਸ ਐਕਟ, ਪੁਲਿਸ ਐਕਟ, ਰੂਲਸ, GK, ਰੀਜ਼ਨਿੰਗ। ਜਿਹੜੇ ਵੀ ਤੁਹਾਡੇ ਨੇੜੇ ਤੇੜੇ ਕੋਈ ਬੰਦਾ ਪੰਜਾਬ ਪੁਲਿਸ 'ਚ ਕਾਂਸਟੇਬਲ ਲੱਗਿਆ ਹੈ 2011 'ਚ 15 'ਚ, ਅਤੇ ਉਹਦਾ ਹੈੱਡ ਕਾਂਸਟੇਬਲ ਬਣਨ ਦਾ ਸੁਪਨਾ ਹੈ, ਅਤੇ ਉਹਨੂੰ ਲੱਗਦਾ ਹੈ ਕਿ ਉਹ ਕਿਤੇ ਪੂਰਾ ਨਹੀਂ ਹੋ ਪਾ ਰਿਹਾ ਕਿਉਂਕਿ ਜੋਬ ਦੇ ਨਾਲ ਪੜ੍ਹਾਈ ਕਰਨੀ ਬਹੁਤ ਔਖੀ ਆ, ਅਤੇ ਇਸ ਨੰਬਰ 'ਤੇ ਸੰਪਰਕ ਕਰੋ। ਤੁਸੀਂ ਸਾਡੇ ਕੋਰਸ ਨੂੰ ਚੈੱਕ ਕਰੋ। ਜਿਹੜੇ ਕਾਂਸਟੇਬਲ ਵੀ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਸਾਡਾ ਪਲੇਟਫਾਰਮ ਜਿਹੜਾ ਹੈ ਉਹ ਕਾਫੀ ਐਫਰਟਸ ਆ ਸਾਡੇ, ਠੀਕ ਆ। ਪੰਜਾਬ ਪੁਲਿਸ ਕਾਂਸਟੇਬਲ, ਜਿਹਦੇ 'ਚ ਅਸੀਂ ਸਾਰਾ ਸਬਜੈਕਟ, ਕੋਸ਼ਿਸ਼ ਆ ਕਿ ਸਾਡੀ ਇਹਨੂੰ ਚੰਗੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਇਆ ਜਾਵੇ। ਸਾਡਾ ਮੀਡੀਅਮ ਪਿਓਰ ਪੰਜਾਬੀ ਰਹੂਗਾ। ਪਿਓਰ ਪੰਜਾਬੀ ਦਾ ਮਤਲਬ ਇਹ ਆ ਕਿ ਇੰਗਲਿਸ਼ ਨੂੰ ਅਹਿਮੀਅਤ ਘੱਟ ਦਿੱਤੀ ਜਾਊਗੀ, ਕਿਉਂਕਿ ਇੰਗਲਿਸ਼ ਨੂੰ ਅਹਿਮੀਅਤ ਦੇਣ ਵਾਲੇ ਪਲੇਟਫਾਰਮ ਬੜੇ ਆ। ਪਿਓਰ ਪੰਜਾਬੀ 'ਚ ਪੜ੍ਹਾਉਣਾ ਅਤੇ ਪੜ੍ਹਨਾ ਥੋੜ੍ਹਾ ਜਿਹਾ ਔਖਾ ਹੈ, ਇਸ ਕਰਕੇ ਅਸੀਂ ਇਹ ਇਨੀਸ਼ੀਏਟਿਵ ਸਪੈਸ਼ਲੀ ਲਿਆ। ਨਹੀਂ ਤਾਂ ਸਾਡਾ ਦੂਸਰਾ ਪਲੇਟਫਾਰਮ ਜਿਹੜਾ ਮੇਨ ਆ ਮਾਸਟਰ ਕਲਾਸਿਸ ਪਟਿਆਲਾ, ਉਹ ਚੱਲ ਹੀ ਤਾਂ ਰਿਹਾ ਸੀ ਇੰਗਲਿਸ਼ 'ਚ। ਸੋ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਗੱਲ ਸਮਝ ਆ ਗਈ ਹੋਊਗੀ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।